ਲਾਸਾਨੀ ਕੁਰਬਾਨੀਆਂ ਨੂੰ ਸਮਰਪਿਤ ਸਿਟੀ ਹੋਮ ਨਿਊਜ਼ ਦੀ ਖਾਸ ਪੇਸ਼ਕਸ਼ ਸਫਰੇ ਸ਼ਹਾਦਤ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਇੰਦਰਜੀਤ ਕੌਰ, ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼। ਜਿਵੇਂ ਕਿ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਸ਼ਹੀਦੀ ਮਹੀਨਾ ਚੱਲ ਰਿਹਾ ਹੈ ਅਤੇ ਸਵੇਰੇ 7 ਪੋਹ ਤੋਂ ਸ਼ਹੀਦੀ ਹਫਤਾ ਸ਼ੁਰੂ ਹੋ ਜਾਏਗਾ। ਸਾਡੇ ਚੈਨਲ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਕਿ ਜੋ ਦਰਸ਼ਕ ਕਰੋਨਾ ਕਰਕੇ ਜਾਂ ਕਿਸੇ ਹੋਰ ਰੁਝੇਵਿਆਂ ਕਰਕੇ ਇਹਨਾਂ ਸਥਾਨਾਂ ਤੇ ਇਸ ਵਾਰ ਨਤਮਸਤਕ ਹੋਣ ਨਹੀਂ ਆ ਸਕੇ, ਉਹਨਾਂ ਲਈ ਅਸੀਂ ਸਫਰੇ ਸ਼ਹਾਦਤ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਹਰ ਉਸ ਸਥਾਨ ਤੇ ਦਰਸ਼ਨ ਕਰਵਾਉਣ ਦੀ ਜੋ ਕਿ ਇਸ ਸ਼ਹੀਦੀ ਇਤਿਹਾਸ ਨਾਲ ਸੰਬੰਧਿਤ ਹਨ। ਇਸੇ ਲੜੀ ਨੂੰ ਜੋੜਦੇ ਹੋਏ ਅੱਜ ਅਸੀਂ ਪਹੁੰਚੇ ਹਾਂ ਜੀ ਕਿਲਾ ਆਨੰਦਗੜ੍ਹ ਸਾਹਿਬ। ਆਓ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਕਿਲਾ ਆਨੰਦਗੜ੍ਹ ਸਾਹਿਬ ਦੇ। ਅਸੀਂ ਇਸ ਟਾਈਮ ਆ ਜੀ ਕਿਲਾ ਆਨੰਦਗੜ੍ਹ ਸਾਹਿਬ। ਸਾਡੇ ਨਾਲ ਨੇ ਕੁਝ ਸ਼ਰਧਾਲੂ ਸੰਗਤਾਂ। ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਉਹਨਾਂ ਤੋਂ ਇਸ ਸਥਾਨ ਦੇ ਇਤਿਹਾਸ ਬਾਰੇ। ਹਾਂਜੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਕਿਲਾ ਆਨੰਦਗੜ੍ਹ ਅਨੰਦਪੁਰ ਸਾਹਿਬ ਹੈ, ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਕਿਲੇ ਦੇ ਵਿੱਚ ਜੋ ਪਹਾੜੀ ਰਾਜ ਨੇ 8 ਮਹੀਨੇ ਦਾ ਘੇਰਾ ਪਾਇਆ ਸੀ। ਪਹਾੜੀ ਰਾਜਾ ਨੇ ਔਰੰਗਜ਼ੇਬ ਦੇ ਬਾਦਸ਼ਾਹ ਦੇ ਰਾਜੇ ਨੇ ਇਸ ਕਿਲੇ ਨੂੰ 8 ਮਹੀਨੇ ਦਾ ਘੇਰਾ ਪਾਇਆ ਸੀ। ਉਸ ਤੋਂ ਬਾਅਦ 'ਚ ਘੇਰੇ ਤੋਂ ਬਾਅਦ 'ਚ ਉਹਨਾਂ ਨੇ ਸਹੁੰਆਂ ਖਾਧੀਆਂ ਸੀ ਵੀ ਆਪ ਇੱਥੋਂ ਕਿਲਾ ਛੱਡ ਕੇ ਚੱਲ ਜਾਓ, ਤੁਹਾਡੇ ਸਿੱਖਾਂ ਨੂੰ ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ। ਫਿਰ 6 ਪੋਹ ਦੀ ਰਾਤ ਨੂੰ 7 ਪੋਹ ਦੀ ਸਵੇਰ ਨੂੰ ਅੰਮ੍ਰਿਤ ਵੇਲੇ 10ਵੇਂ ਪਾਤਸ਼ਾਹ ਦੀਆਂ ਫੌਜਾਂ ਨੇ 10ਵੇਂ ਪਾਤਸ਼ਾਹ ਜੀ ਨੇ ਮਹਾਰਾਜ ਨੇ ਪਰਿਵਾਰ ਸਮੇਤ ਇਸ ਕਿਲੇ ਨੂੰ ਛੱਡਿਆ ਸੀ। ਉਸ ਪਹਾੜੀ ਫੌਜਾਂ ਨੇ ਔਰੰਗਜ਼ੇਬ ਦੀਆਂ ਫੌਜਾਂ ਨੇ ਫਿਰ ਦੁਬਾਰਾ ਸਤਿਗੁਰਾਂ 'ਤੇ ਹੱਲਾ ਕਰਕੇ ਸਾਰੇ ਹੀ ਪਰਿਵਾਰ ਨੂੰ ਵਿਛੋੜ ਦਿੱਤਾ ਸੀ। ਇਸ 6 ਪੋਹ ਦੇ 7 ਪੋਹ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਇਹ ਕਿਲਾ ਛੱਡਿਆ ਸੀ। ਕਿਲਾ ਆਨੰਦਗੜ੍ਹ ਅਨੰਦਪੁਰ ਸਾਹਿਬ ਤੋਂ ਸਰਹੰਦ ਨੂੰ ਚਾਲੇ ਪਾਏ ਸਨ। ਪਰਿਵਾਰ ਵਿਛੋੜਾ ਹੋ ਗਿਆ ਸਰਸਾ ਨਦੀ 'ਤੇ। ਇਹ ਗੁਰੂ ਸਾਹਿਬ ਦਾ ਪਵਿੱਤਰ ਇਤਿਹਾਸ ਹੈ। ਆਪ ਸਰਬੂਤ ਸਮਾਜ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਕਿਲਾ ਆਨੰਦਗੜ੍ਹ ਮਹਾਰਾਜ ਨੇ ਕਿਵੇਂ ਛੱਡਿਆ, ਉਹਦੇ ਉੱਤੇ ਦਾਸ ਨੇ ਇੱਕ ਗੀਤ ਲਿਖਿਆ ਸੀਗਾ ਵੀ ਉਹ ਮੈਂ ਸੰਗਤਾਂ ਦੇ ਸਰਬਰਾਹ ਕਰਨਾ ਚਾਹੁੰਦਾ ਵਾਂ। ਅਤੇ ਇਸ ਕਰਕੇ ਉਹ ਕਿਲਾ ਕਿਸ ਤਰ੍ਹਾਂ ਛੱਡਿਆ, ਕਿਸ ਤਰ੍ਹਾਂ ਉਹ ਗੁਰੂ ਮਹਾਰਾਜ ਦਾ ਉਹ ਘੜੀ ਸੀ, ਉਹ ਵੇਲਾ ਕਿਸ ਤਰ੍ਹਾਂ ਦਾ ਸੀਗਾ, ਉਸੇ ਚਾਰ ਲੈਣਾ ਦਾਸ ਨੂੰ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਲਿਖਾਈਆਂ ਨੇ। ਕਿੱਡਾ ਜਿਗਰਾ ਸੀ ਤੇਰਾ ਬਾਜਾਂ ਵਾਲਿਆ, ਉਹ ਕਿਵੇਂ ਹੱਸ ਹੱਸ ਪੁੱਤਾਂ ਨੂੰ ਗਵਾ ਲਿਆ। ਤਿਲਕ ਜੰਝੂ ਦੀ ਖਾਤਰ ਪਹਿਲਾਂ ਪਿਤਾ ਵਾਰਿਆ, ਤਿਲਕ ਜੰਝੂ ਦੀ ਖਾਤਰ ਪਹਿਲਾਂ ਪਿਤਾ ਵਾਰਿਆ। ਫਿਰ ਕਿਹੜਾ ਇਹਨਾਂ ਤੇਰਾ ਮੁੱਲ ਪਾ ਲਿਆ, ਫਿਰ ਕਿਹੜਾ ਇਹਨਾਂ ਤੇਰਾ ਮੁੱਲ ਪਾ ਲਿਆ। ਕਿੱਡਾ ਜਿਗਰਾ ਸੀ ਤੇਰਾ ਬਾਜਾਂ ਵਾਲਿਆ, ਕਿਵੇਂ ਹੱਸ ਹੱਸ ਪੁੱਤਾਂ ਨੂੰ ਗਵਾ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਦੇ ਦਿਨ ਜੋ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਉਹਨਾਂ ਦੇ ਉੱਤੇ ਸਾਰੇ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ
ਫਤਿਹਗੜ੍ਹ ਸਾਹਿਬ ਵਿੱਚ ਜ਼ਰੂਰ ਹਾਜ਼ਰੀ ਲਵਾਇਆ ਕਰੋ, ਨਤਮਸਤਕ ਹੋਇਆ ਕਰੋ। ਪੂਰੇ ਵਰਲਡ ਤੋਂ ਦੁਨੀਆ ਆਉਂਦੀ ਹੈ, ਜਿਹੜਾ ਵੀ ਭਾਈ ਵੀਰ ਜਿਹੜੇ ਨਹੀਂ ਆਉਂਦੇ ਅੱਜ ਤੱਕ ਇੱਥੇ ਆਓ। ਅਤੇ ਇੱਥੇ ਆਉਣ ਦਾ ਇਹੀ ਇੱਕ ਮਕਸਦ ਹੈ ਕਿ ਜਿਹੜੇ ਮੇਰੇ ਬੱਚੇ ਜਿਨ੍ਹਾਂ ਨੇ ਇੱਥੇ ਦਾੜੀਆਂ ਕੱਟਦੇ, ਕੇਸ ਕੱਟਦੇ ਨੇ, ਸਿੱਖੀ ਤੋਂ ਦੂਰ ਜਾ ਰਹੇ ਨੇ, ਉਹਨਾਂ ਵਾਸਤੇ ਮੇਰਾ ਖਾਸ ਸੁਨੇਹਾ ਹੈ ਕਿ ਇੱਥੇ ਆਉਣ ਦਾ ਤਾਂ ਹੀ ਤੁਹਾਡੀ ਯਾਤਰਾ ਤਾਂ ਹੀ ਸਫਲ ਹੈ ਜੇ ਅਸੀਂ ਆਪਣੀ ਮਨ ਮਤ ਨੂੰ ਛੱਡ ਕੇ ਗੁਰੂ ਦੀ ਮੱਤ ਧਾਰਨ ਕਰਕੇ ਅਸੀਂ ਇੱਕ ਖਾਲਸਾ ਜੋ ਮਹਾਰਾਜ ਨੇ ਸਾਜਿਆ ਉਹਦੇ ਅਸੀਂ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਖਾਲਸਾ ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਇਤਿਹਾਸ ਬਾਰੇ ਤੁਸੀਂ? ਦਾਸ ਦਲੇਰ ਸਿੰਘ ਗੱਤਕਾ ਮਾਸਟਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ। ਅੱਜ ਦਾ ਇਤਿਹਾਸ ਇੱਕ ਬਹੁਤ ਹੀ ਤਗੜਾ ਇਤਿਹਾਸ ਹੈ। ਸਾਰੀ ਵਰਲਡ ਦੀ ਸੰਗਤ ਨੂੰ ਪਤਾ ਹੋਣਾ ਚਾਹੀਦਾ। ਅੱਜ ਦੇ ਦਿਨ, ਕੱਲ੍ਹ ਦੇ ਦਿਨ ਮਹਾਰਾਜ ਨੇ ਇੱਥੋਂ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਰਿਵਾਰ ਵਿਛੋੜਾ ਪਿਆ ਸੀ, ਇੱਥੋਂ ਕਿਲ੍ਹਾ ਛੱਡਿਆ ਸੀ ਉਹਨਾਂ ਮਹਾਰਾਜ ਜੀ ਨੇ। ਉਸ ਤੋਂ ਉਪਰੰਤ ਸਰਸਾ ਨਦੀ ਦੇ ਕੋਲ ਜਾ ਕੇ ਪਰਿਵਾਰ ਖੇੜੂ ਹੋ ਗਏ ਸੀ। ਵੱਡੇ ਸਾਹਿਬਜ਼ਾਦੇ ਮਹਾਰਾਜ ਦੇ ਨਾਲ ਚਲ ਗਏ ਸੀ, ਛੋਟੇ ਸਾਹਿਬਜ਼ਾਦੇ ਜਿਹੜੇ ਮਾਤਾ ਗੁਜਰੀ ਜੀ ਦੇ ਨਾਲ ਪਰਿਵਾਰ ਵਿਛੋੜੇ ਅਤੇ ਗੰਗੂ ਬਾਹਮਣ ਦੇ ਨਾਲ ਚਲ ਗਏ ਸੀ। ਉਹ ਵਿਛੋੜਾ ਕਦੀ ਵੀ ਨਹੀਂ ਭੁੱਲ ਸਕਦਾ ਕਿਸੇ ਨੂੰ ਜਿਹੜਾ ਪਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਬੱਚੇ ਤੁਹਾਡਾ? ਤੇਜਵੀਰ ਸਿੰਘ। ਤੁਸੀਂ ਦੱਸਣਾ ਚਾਹੋਗੇ ਸਾਨੂੰ ਕਿ ਤੁਹਾਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਪਤਾ? ਵੱਡੇ ਦੋ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਸੀ ਤੇ ਦੋ ਛੋਟੇ ਸਾਹਿਬਜ਼ਾਦੇ ਸਰਹੰਦ ਵਿੱਚ ਨੀਹਾਂ 'ਚ ਚਿਣਾਏ ਗਏ। ਮੇਰਾ ਨਾਮ ਕਵਲਪ੍ਰੀਤ ਕੌਰ ਹੈ। ਤੁਸੀਂ ਦੱਸਣਾ ਚਾਹੋਗੇ ਕਿ ਤੁਹਾਨੂੰ ਪਤਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਿਉਂ ਹੋਈ ਸੀ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਿਉਂ ਹੋਈ ਸੀ? ਸਾਹਿਬਜ਼ਾਦਿਆਂ ਦੀ ਸ਼ਹੀਦੀ ਚਮਕੌਰ ਸਾਹਿਬ ਦੀ ਗੜੀ ਵਿੱਚ ਹੋਈ ਸੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਰਹੰਦ ਦੀਆਂ ਨੀਹਾਂ ਵਿੱਚ ਚਿਣਿਆ ਗਿਆ ਸੀ। ਸਾਡੇ ਨਾਲ ਨੇ ਜੀ ਇਸ ਟਾਈਮ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਜੀ। ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਇਹਨਾਂ ਤੋਂ ਇਸ ਸਥਾਨ ਦੇ ਇਤਿਹਾਸ ਬਾਰੇ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਦਿਲਬਾਗ ਸਿੰਘ ਹੈ ਜੀ। ਹਾਂਜੀ, ਇਸ ਸਥਾਨ ਦੇ ਸਾਨੂੰ ਇਤਿਹਾਸ ਬਾਰੇ ਤੁਸੀਂ ਦੱਸੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਖਾਲਸਾ ਸਾਧ ਸੰਗਤ ਜੀ, ਇਹ ਕਿਲ੍ਹਾ ਆਨੰਦਗੜ੍ਹ ਸਾਹਿਬ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦੀ ਰੱਖਿਆ ਵਾਸਤੇ 5 ਕਿਲ੍ਹੇ ਤਿਆਰ ਕਰਵਾਏ ਸਨ। ਉਹਨਾਂ ਵਿੱਚੋਂ ਇਹ ਵੱਡਾ ਕਿਲ੍ਹਾ ਆਨੰਦਗੜ੍ਹ ਸਾਹਿਬ ਹੈ। ਇਸ ਦੀ ਰੱਖਿਆ ਵਾਸਤੇ ਅਨੰਦਪੁਰ ਸਾਹਿਬ ਦੀ 4 ਕਿਲ੍ਹੇ ਬਾਹਰ ਸੀ, ਉੱਥੇ ਫੌਜਾਂ ਰਿਹਾ ਕਰਦੀਆਂ ਸਨ। ਕਿਲ੍ਹਾ ਲੋਹਗੜ੍ਹ ਸਾਹਿਬ, ਉੱਥੇ ਭਾਈ ਬਚਿੱਤਰ ਸਿੰਘ ਜੀ ਨੇ ਜੋ ਨਾਗਨੀ ਦਾ ਵਰਸ਼ਾ ਮਾਰ ਕਰਕੇ ਹਾਥੀ ਨੂੰ ਭਜਾਉਣਾ ਕੀਤਾ ਸੀ। ਉੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਸ਼ਸਤਰਖਾਨਾ ਸੀ, ਸ਼ਸਤਰ ਤਿਆਰ ਹੋਇਆ ਕਰਦੇ ਸਨ। ਅਤੇ ਇਹ ਕਿਲ੍ਹੇ ਨੂੰ 6 ਤੇ 7 ਪੋਹ ਦੀ ਰਾਤ ਨੂੰ ਜਦੋਂ ਬਹੁਤ ਸਾਰਾ ਪਹਾੜੀਆਂ ਦੇ ਕੋਲੋਂ ਇਹ ਕਿਲ੍ਹਾ ਜਿੱਤਿਆ ਨਾ ਗਿਆ, ਸਤਿਗੁਰੂ ਮਹਾਰਾਜ ਸਾਹਿਬ ਜੀ ਨਾ ਸ਼ਹੀਦ ਕਰ ਸਕੇ, ਨਾ ਉਹਨਾਂ ਨੂੰ ਫੜਿਆ ਗਿਆ। ਅਤੇ ਉੱਧਰੋਂ ਔਰੰਗਜ਼ੇਬ ਬਾਦਸ਼ਾਹ ਦੀਆਂ ਬਹੁਤ ਭਾਰੀ ਚਿੱਠੀਆਂ ਆ ਰਹੀਆਂ ਸਨ, ਬੜੇ ਦਬਕੇ ਮਾਰ ਰਿਹਾ ਸੀ ਕਿ ਤੁਸੀਂ ਕਿਉਂ 7 ਮਹੀਨੇ ਹੋ ਗਏ ਘੇਰੇ ਪਏ ਹੋਏ ਨੂੰ ਅਤੇ ਤੁਸੀਂ ਅੱਜ ਤੱਕ ਕਿਉਂ ਨਹੀਂ ਇਹਦੀ ਪਕੜ ਕਰ ਸਕੇ। ਅਤੇ ਉਸ ਵੇਲੇ ਫਿਰ ਇਹਨਾਂ ਨੇ ਇੱਕ ਨੀਤੀ ਸੋਚੀ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਕੇ ਅਤੇ ਇਹ ਕਿਲ੍ਹਾ ਛੱਡਣ ਵਾਸਤੇ ਬੇਨਤੀ ਕਰਨਾ ਕਰੀਏ, ਅਸੀਂ ਜਿੱਤ ਤਾਂ ਸਕਦੇ ਨਹੀਂ। ਜਦੋਂ ਇਹ ਬੇਨਤੀ ਕੀਤੀ ਅਤੇ ਸਹੁੰਆਂ ਖਾਣਾ ਕੀਤੀਆਂ। ਜਿਹੜੇ 22 ਧਾਰ ਦੇ ਰਾਜੇ ਸਨ ਉਹਨਾਂ ਨੇ ਗਊ ਦੀ ਸਹੁੰ ਖਾਧੀ ਅਤੇ ਜਿਹੜੇ ਜ਼ਾਲਮ ਔਰੰਗਜ਼ੇਬ ਮੁਗਲ ਬਾਦਸ਼ਾਹ ਸਨ ਉਹਨਾਂ ਨੇ ਕੁਰਾਨ ਸ਼ਰੀਫ ਦੀ ਸਹੁੰ ਖਾਧੀ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਿੰਘਾਂ ਨੇ ਵੀ ਬੇਨਤੀ ਕਰ ਦੇਣਾ ਕੀਤੀ, ਮਾਤਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਸਾਹਿਬ ਜੀ 7 ਮਹੀਨੇ ਹੋ ਗਏ ਹਨ, ਹੁਣ ਆਪਾਂ ਇਹਨਾਂ ਨੇ ਜਦੋਂ ਸਹੁੰ ਖਾ ਲੈਣਾ ਕੀਤੀ ਹੈ ਅਤੇ ਆਪਾਂ ਕਿਲ੍ਹੇ ਨੂੰ ਛੱਡ ਦੇਣਾ ਕਰੀਏ। ਸਤਿਗੁਰੂ ਮਹਾਰਾਜ ਸਾਹਿਬ ਜੀ ਇਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਅਤੇ ਇਸ ਕਿਲ੍ਹੇ ਨੂੰ 6 ਤੇ 7 ਪੋਹ ਦੀ ਰਾਤ ਨੂੰ ਤੜਕੇ ਅੰਮ੍ਰਿਤ ਵੇਲੇ ਜਦੋਂ ਕਿਲ੍ਹੇ ਨੂੰ ਛੱਡਣਾ ਕੀਤਾ, ਇਹ ਬੇਈਮਾਨ 22 ਧਾਰ ਦੇ ਰਾਜੇ ਇਹਨਾਂ ਨੇ ਦੇਖਿਆ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਬਹੁਤ ਭਾਰੀ ਖਜ਼ਾਨਾ ਹੈ, ਖਜ਼ਾਨੇ ਨੂੰ ਲੁੱਟਣ ਵਾਸਤੇ ਮਗਰ ਹਮਲਾ ਕਰ ਦੇਣਾ ਕੀਤਾ। ਜਦੋਂ ਹਮਲਾ ਕੀਤਾ ਉਸ ਵੇਲੇ ਇਹਨਾਂ ਨੂੰ ਕੁਝ ਨਾ ਪ੍ਰਾਪਤ ਹੋਇਆ। ਫਿਰ ਬੜੀ ਆਪਣੀ ਸ਼ਰਮ ਦੇ ਵਿੱਚ ਬੇਇੱਜ਼ਤੀ ਸਮਝਦੇ ਹੋਏ ਸਤਿਗੁਰੂ ਜੀ ਦੇ ਉੱਤੇ ਇਹਨਾਂ ਨੇ ਹੱਲਾ ਕਰ ਦੇਣਾ ਕੀਤਾ। ਸਤਿਗੁਰੂ ਮਹਾਰਾਜ ਸਾਹਿਬ ਜੀ ਅਤੇ ਪਰਿਵਾਰ ਦੇ ਸਮੇਤ ਕੁਝ ਸਿੰਘ ਅੱਗੇ ਚਲੇ ਗਏ ਅਤੇ ਕੁਝ ਸਿੰਘਾਂ ਨੇ ਇਹਨਾਂ ਦੇ ਜ਼ੁਲਮ ਦੇ ਟਾਕਰੇ ਦੇ ਵਾਸਤੇ ਜੰਗ ਵਿੱਚ ਜੂਝਣਾ ਕੀਤਾ। ਬਹੁਤ ਸਾਰੇ ਸਿੰਘ ਸ਼ਹੀਦ ਵੀ ਹੋ ਗਏ। ਇੱਥੋਂ ਚੱਲਦੇ ਚੱਲਦੇ ਸਤਿਗੁਰੂ ਮਹਾਰਾਜ ਸਾਹਿਬ ਜੀ ਪਰਿਵਾਰ ਵਿਛੋੜੇ ਵਿੱਚ ਪਹੁੰਚ ਗਏ
ਉੱਥੇ ਪਰਿਵਾਰ ਵਿਛੋੜੇ ਵਿੱਚ ਪਹੁੰਚ ਕਰਕੇ ਉੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਅੰਮ੍ਰਿਤ ਵੇਲਾ ਹੋ ਚੁੱਕਾ ਸੀ ਅਤੇ ਅੰਮ੍ਰਿਤ ਵੇਲੇ ਉੱਥੇ ਆਸਾ ਦੀ ਵਾਰ ਦਾ ਕੀਰਤਨ ਕੀਤਾ, ਨਿਤਨੇਮ ਕੀਤਾ। ਉੱਥੇ ਵੀ ਬੜਾ ਭਾਰੀ ਜੰਗ ਹੋਇਆ। ਜੰਗ ਹੋਣ ਤੋਂ ਬਾਅਦ ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਸਰਸਾ ਜੀ ਨਦੀ ਨੂੰ ਪਾਰ ਕਰਨ ਲੱਗੇ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਸਰਸਾ ਨਦੀ ਬਹੁਤ ਚੜ੍ਹੀ ਹੋਈ ਸੀ, ਬਹੁਤ ਪਾਣੀ ਚੱਲ ਰਿਹਾ ਸੀ। ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਜਿਹੜਾ ਪਰਿਵਾਰ ਸੀ ਉਹ ਤਿੰਨਾਂ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਅਤੇ ਉੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਹੁਤ ਭਾਰੀ ਜੰਗ ਤੋਂ ਬਾਅਦ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜਦੋਂ ਤਿੰਨਾਂ ਹਿੱਸਿਆਂ ਦੇ ਵਿੱਚ ਪਰਿਵਾਰ ਵੰਡਿਆ ਗਿਆ, ਵੱਡੇ ਸਾਹਿਬਜ਼ਾਦੇ ਸਤਿਗੁਰੂ ਮਹਾਰਾਜ ਸਾਹਿਬ ਜੀ ਉੱਥੋਂ ਚਮਕੌਰ ਦੀ ਗੜੀ ਨੂੰ ਚਲੇ ਗਏ ਅਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਉਹਨਾਂ ਨੂੰ ਗੰਗੂ ਜਿਹੜਾ ਸੀ ਸਰਹੰਦ ਫਤਿਹਗੜ੍ਹ ਸਾਹਿਬ ਨੂੰ ਲੈ ਗਿਆ ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜਿਹੜੇ ਮਹਿਲ ਸਨ ਉਹਨਾਂ ਨੇ ਦਿੱਲੀ ਨੂੰ ਕੂਚ ਕਰ ਦੇਣਾ ਕੀਤਾ। ਇਸ ਤਰ੍ਹਾਂ ਤਿੰਨਾਂ ਹਿੱਸਿਆਂ ਵਿੱਚ ਸਤਿਗੁਰੂ ਜੀ ਦਾ ਪਰਿਵਾਰ ਜਿਹੜਾ ਸੀ ਵੰਡਿਆ ਗਿਆ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਦੋਂ 6 ਤੇ 7 ਪੋਹ ਦੀ ਰਾਤ ਨੂੰ ਆਨੰਦਗੜ੍ਹ ਸਾਹਿਬ ਦਾ ਕਿਲ੍ਹਾ ਛੱਡਣਾ ਕੀਤਾ, ਉਸ ਵੇਲੇ ਦਾ ਇਹ ਜਿਹੜਾ ਇਤਿਹਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖਿਆ ਜੀ, ਅਸੀਂ ਇਸ ਟਾਈਮ ਆ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ, ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗਲਾਂ ਨੇ ਕੁਰਾਨ ਦੀਆਂ ਝੂਠੀਆਂ ਕਸਮਾਂ ਖਾ ਕੇ ਇਹ ਕਿਲ੍ਹਾ ਉਹਨਾਂ ਤੋਂ ਛਡਵਾਇਆ ਗਿਆ, ਜੋ ਕਿ ਉਹਨਾਂ ਤੋਂ ਜਿੱਤਿਆ ਨਾ ਜਾ ਸਕਿਆ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।